ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਉਹੀ ਸਵਾਲ ਕਿ ਅੱਜ ਦੀ ਚੋਣ ਜਦੋਂ ਪਹਿਲਾਂ ਉਮੀਦਵਾਰ ਐਲਾਨ ਕਰਨ ਤੋਂ ਪਹਿਲਾਂ ਤੁਹਾਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਦੀ ਚੋਣ ਹੈ ਜਿਹੜੀ ਹੋ ਸਕਦੀ ਹੈ, ਇਸ ਤਰ੍ਹਾਂ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਇਸ ਤੋਂ ਪਹਿਲਾਂ ਸ਼ਾਇਦ ਐਸਜੀਪੀਸੀ ਪ੍ਰਧਾਨ ਦੀ ਚੋਣ ਵੇਲੇ ਇਦਾਂ ਦਾ ਸਿਨੈਰੀਓ ਕਦੇ ਨਹੀਂ ਸੀ ਰਿਹਾ। ਦੇਖੋ ਬਹੁਤ ਵਾਰੀ ਸਿਨੈਰੀਓ ਆਏ ਆ, ਜੇ ਮੈਂ 95 ਦਾ ਸਿਨੈਰੀਓ ਕਰ ਲਵਾਂ, ਚੇਤੇ ਕਰ ਲਵਾਂ, ਜਾਂ ਉਹ ਤੋਂ ਪਹਿਲਾਂ ਦੇ ਵੀ ਕਰ ਲਵਾਂ, ਹਮੇਸ਼ਾ ਜਦੋਂ ਪੰਥ ਦੇ ਵੱਡੇ ਲੀਡਰ ਹੁੰਦੇ ਸੀ ਉਦੋਂ ਵੀ ਇਦਾਂ ਸਿਨੈਰੀਓ ਚੇਂਜ ਹੁੰਦੇ ਰਹੇ ਆ। ਹੁਣ ਜਿਹੜਾ ਸੀਗਾ, ਕਿਉਂਕਿ ਦੁੱਖ ਇਸ ਗੱਲ ਦਾ ਸੀ ਕਿ ਸੈਂਟਰ ਦੀ ਸਰਕਾਰ ਨੇ ਵੀ ਸਿੱਧੀ ਦਖਲਅੰਦਾਜ਼ੀ ਕੀਤੀ ਹੈ, ਚਾਹੇ 100 ਵਾਰੀ ਮੁੱਕਰੀ ਜਾਣ, ਆਰਐਸਐਸ ਵਾਲੇ ਕਹੀ ਜਾਣ ਅਸੀਂ ਕੋਈ ਹੱਥ ਨਹੀਂ ਪਾਇਆ। ਪਰ ਮੈਂ ਤੁਹਾਡੇ ਕੋਲ ਸਬੂਤ ਵੀ ਦੇ ਸਕਦਾ। ਸਾਡੇ ਅੱਜ ਸਰਦਾਰ ਮੇਜਰ ਸਿੰਘ ਢਿੱਲੋਂ ਮਾਨਸੇ ਤੋਂ ਮੈਂਬਰ ਸੀ, ਕਹਿੰਦੇ ਮੈਨੂੰ ਲਾਲਪੁਰਾ ਸਾਹਿਬ ਦਾ 2 ਵਾਰੀ ਟੈਲੀਫੋਨ ਆਇਆ। ਇਹ ਤਾਂ ਏਜੰਡਾ ਨਹੀਂ। ਜੇ ਘੱਟ ਗਿਣਤੀਆਂ ਦਾ ਕਮਿਸ਼ਨ ਜਿਹੜਾ ਸੁਰੱਖਿਆ ਕਰਨੀ ਸਿੱਖਾਂ ਦੀ ਜਾਂ ਦੂਜੀਆਂ ਘੱਟ ਗਿਣਤੀਆਂ ਦੀ, ਤੇ ਉਹ ਹੀ ਨਿਕਲਣ ਲੱਗ ਪਵੇ, ਫਿਰ ਇਹ ਕਿੱਥੋਂ ਦਾ ਸਿਧਾਂਤ ਆ, ਕਿੱਥੋਂ ਦੀ ਮੈਂ ਸਮਝਦਾ ਇਹ ਸਿਆਣ ਪਿਆ। ਤੇ ਬੀਬੀ ਜੀ ਨਾਲ ਤਾਂ ਲੰਮਾ ਟਾਈਮ ਕਿਤੇ ਨਾ ਕਿਤੇ ਇਕੱਠਿਆਂ ਕੰਮ ਕੀਤਾ ਹੈ, ਕੀ ਲੱਗਦਾ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਨੇ, ਬੀਬੀ ਜੀ ਇਸ ਤਰ੍ਹਾਂ ਬਗਾਵਤ ਕਰ ਸਕਦੇ ਨੇ? 4 ਵਾਰ ਦੇ ਪ੍ਰਧਾਨ ਰਹੇ, ਇੱਕ ਵਾਰ ਸ਼ਾਇਦ ਤੁਹਾਨੂੰ ਬਣਾਉਣਾ ਚਾਹੁੰਦੇ ਸੀ ਵੱਡੇ ਬਾਲ ਸਾਹਿਬ, ਇਸ ਤਰ੍ਹਾਂ ਦਾ ਵੀ ਜ਼ਿਕਰ ਚੱਲਦਾ, ਪਰ ਬੀਬੀ ਜੀ ਨੂੰ ਅੱਗੇ ਕੀਤਾ ਗਿਆ, ਉਹਨਾਂ ਦਾ ਨਾਮ ਪ੍ਰਪੋਜ਼ ਕੀਤਾ ਗਿਆ। ਤੇ ਕੀ ਲੱਗਦਾ ਸੀ ਕਿ ਬੀਬੀ ਜੀ 4 ਵਾਰ ਦੇ ਪ੍ਰਧਾਨ, ਪਾਰਟੀ ਵੱਲੋਂ ਮੰਤਰੀ ਰਹੇ ਹੁਣ ਸਰਕਾਰ 'ਚ, ਉਹ ਇਸ ਤਰ੍ਹਾਂ ਬਾਗੀ ਹੋ ਜਾਣਗੇ? ਕੀ ਲੱਗਦਾ ਪਿੱਛੇ ਕੀ ਕੁਝ ਚੱਲ ਰਿਹਾ ਸੀ? ਮੈਂ ਤਾਂ ਜਦੋਂ ਮੈਨੂੰ ਵੀ ਕਿਹਾ ਸੀ, ਮੈਂ ਤਾਂ ਭਾਣਾ ਮੰਨ ਕੇ ਫਿਰ ਕੋਈ ਨਹੀਂ ਸੀ ਤਕਲੀਫ ਮਹਿਸੂਸ ਕੀਤੀ। ਮੈਂ ਤਾਂ 7 ਵਚਨ ਕਹਿ ਕੇ ਪਾਰਟੀ ਦੇ ਮੂਹਰੇ ਸੇਵਾ ਕਰਦਾ ਰਿਹਾ। ਬੀਬੀ ਜੀ ਨੂੰ ਮੈਂ ਕਿਉਂਕਿ ਹੁਣ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਬਹੁਤ ਵੱਡਾ ਪਾਰਟੀ ਨੇ ਸਤਿਕਾਰ ਦਿੱਤਾ। ਉਹਨਾਂ ਤੋਂ ਪਹਿਲਾਂ ਵੀ ਵੱਡੇ ਲੀਡਰ ਇੱਥੇ ਪੰਜਾਬ ਦੇ ਵਿੱਚ ਜਿਹੜੇ 70ਵੇਂ ਤੋਂ ਜਾਂ ਕੋਈ 60ਵੇਂ ਤੋਂ ਜਾਂ 65ਵੇਂ ਤੋਂ ਲੱਗੇ ਹੋਆ। ਬੀਬੀ ਜੀ ਕਿਉਂਕਿ ਸਤਿਕਾਰਯੋਗ ਉਸ ਡੇਰੇ ਦੇ ਮਹੰਤ ਵੀ ਆ, ਜਿਹੜਾ ਡੇਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਰਹੇ ਆ, ਤੇ ਉਹਨਾਂ ਦੇ ਭਵਿੱਖ ਨੂੰ ਵੀ ਲੈ ਕੇ ਤੇ ਉਹਨਾਂ ਦੇ ਪਿਛੋਕੜ ਨੂੰ ਵੀ ਲੈ ਕੇ ਬੀਬੀ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ, ਬੀਬੀ ਜੀ ਐਮਐਲਏ ਬਣੇ, ਬੀਬੀ ਜੀ ਫਿਰ ਮੰਤਰੀ ਬਣੇ, ਫਿਰ ਉਹ ਤੋਂ ਬਾਅਦ ਬੀਬੀ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਹੁਣ ਵੀ ਪਾਰਟੀ ਨੇ ਮੇਰਾ ਖਿਆਲ ਆ ਕਿਸੇ ਹੋਰ ਲੀਡਰ ਨੂੰ ਇੰਨਾ ਨਹੀਂ ਪਚਕਾਰਿਆ ਹੋਣਾ ਜਿੰਨਾ ਇਹਨੂੰ ਪਚਕਾਰਿਆ। ਕਿੱਥੇ ਚੀਮਾ ਸਾਹਿਬ ਭੇਜੇ, ਫਿਰ ਆਪ ਬਾਦਲ ਸਾਹਿਬ ਗਏ, ਉਹਨਾਂ ਨਾਲ ਗੱਲ ਹੋਈ, ਫਿਰ ਮੁੜ ਕੇ ਚੀਮਾ ਸਾਹਿਬ ਤੇ ਰਖੜਾ ਸਾਹਿਬ ਗਏ। ਉਹ ਤੋਂ ਬਾਅਦ ਵੀ ਤੁਸੀਂ ਦੇਖਦੇ ਆ ਜਦੋਂ ਨੋਟਿਸ ਦਿੱਤਾ, ਉਸ ਤੋਂ ਬਾਅਦ ਵੀ ਲਗਾਤਾਰ ਉਹਨਾਂ ਨੂੰ ਸਮਾਂ ਦਿੰਦੇ ਰਹੇ। ਉਹ ਇਸ ਕਰਕੇ ਸਮਾਂ ਦਿੰਦੇ ਸੀ ਕਿ ਪਰਿਵਾਰਕ ਮਸਲਾ ਆ, ਆਪਾਂ ਬੈਠ ਕੇ ਜਿਹੜਾ ਆ ਉਹਨੂੰ ਹੱਲ ਕਰ ਲਈਏ। ਪਰ ਚਲੋ ਅੱਜ ਇਲੈਕਸ਼ਨ ਹੋ ਗਏ। ਇਲੈਕਸ਼ਨ ਪਿਛਲੇ ਸਾਲ ਵੀ ਹੋਈ ਸੀ, ਪਿਛਲੇ ਸਾਲ 22 ਵੋਟਾਂ ਸੀ, ਐਤਕੀ 42 ਆ। ਤੇ ਕਈ ਵਾਰੀ ਕੁਝ ਜਿਹੜੇ ਕਾਰਜ ਸਾਨੂੰ ਸਿਖਾ ਵੀ ਜਾਂਦੇ ਆ। ਜਿੱਦਾਂ ਸਿਆਣੇ ਕਹਿੰਦੇ ਆ ਨਾ ਵੀ ਜੇ ਕਿਸੇ ਕੰਮ ਤੋਂ ਤੁਸੀਂ ਕੁਝ ਸਿੱਖਣਾ ਹੋਵੇ ਤੇ ਆਪਣੇ ਉਹਨਾਂ ਯਤਨਾਂ ਤੋਂ ਸਿੱਖੋ ਜਿਹੜੇ ਯਤਨਾਂ ਨੂੰ ਬੂਰ ਨਾ ਪਿਆ ਹੋਵੇ। ਇੱਕ ਚੀਜ਼ ਹੋਰ ਬੜੀ ਇਹਨਾਂ ਦਿਨਾਂ ਦੇ ਵਿੱਚ ਬੜੀ ਚਰਚਾ ਇਸ ਪੂਰੇ ਐਪੀਸੋਡ ਦੇ ਦੌਰਾਨ ਹੁੰਦੀ ਰਹੀ ਹੈ, ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਹੋਣ, ਚਾਹੇ ਉਹ ਕੁਝ ਹੋਰ ਬਲਜੀਤ ਸਿੰਘ ਦਾਦੂਵਾਲ ਹੋਣ, ਚਾਹੇ ਹੋਰ ਇਸ ਤਰ੍ਹਾਂ ਦੇ ਆਗੂ ਹੋਣ। ਉਹ ਕਹਿੰਦੇ ਸੀ ਕਿ ਹਾਲਾਂਕਿ ਇਸ ਤੋਂ ਪਹਿਲਾਂ ਉਹ ਬੀਬੀ ਦੇ ਨੂੰ ਲੈ ਕੇ ਕਈ ਤਰ੍ਹਾਂ ਦੀ ਟਿੱਪਣੀਆਂ ਕਰਦੇ ਰਹੇ ਨੇ। ਅੱਜ ਵੀ ਢੀਂਡਸਾ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਸੀਂ ਬੀਬੀ ਜੀ ਦੀਆਂ ਨੀਤੀਆਂ ਤੇ ਇਸ ਤੋਂ ਪਹਿਲਾਂ ਜੋ ਉਹਨਾਂ ਨੇ ਕੰਮਕਾਜ ਕੀਤੇ ਤੁਸੀਂ ਉਹਦੇ ਨਾਲ ਸਹਿਮਤ ਹੋ? ਤਾਂ ਜਵਾਬ ਇਹ ਸੀ ਕਿ ਅਸੀਂ ਉਹਨਾਂ ਨਾਲ ਸਹਿਮਤ ਹੈਗੇ ਆ ਜਾਂ ਨਹੀਂ ਹੈਗੇ, ਉਹ ਗੱਲ ਜਿਹੜੀ ਉਹ ਵੱਖਰੀ ਹੈ, ਪਰ ਅਸੀਂ ਬਾਦਲਾਂ ਨੂੰ ਹਰਾਉਣਾ। ਹਰਜਿੰਦਰ ਸਿੰਘ ਧਾਮੀ ਕੀ ਸੋਚਦੇ ਸੀ? ਕਿਉਂਕਿ ਨਾਲ ਇਹ ਵੀ ਆਉਂਦਾ ਸੀ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਸ਼ਖਸੀਅਤ ਅਲੱਗ ਹੈ, ਪਰ ਬਾਦਲ ਪਰਿਵਾਰ ਦੇ ਅਸੀਂ ਖਿਲਾਫ ਆ। ਇਸ ਤਰ੍ਹਾਂ ਦੀਆਂ ਜਦੋਂ ਚਰਚਾਵਾਂ ਚੱਲ ਰਹੀਆਂ ਹੋਣ ਤਾਂ ਉਸ ਵੇਲੇ ਚੋਣ ਲੜਨਾ, ਉਹ ਵੀ ਉਸ ਸੰਸਥਾ ਦੀ ਜਿਹੜੀ ਸਿੱਖਾਂ ਦੀ ਸਿਰਮੌਰ ਸੰਸਥਾ ਹੋਵੇ, ਐਸਜੀਪੀਸੀ। ਦੇਖੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਸਤਿਕਾਰਯੋਗ ਪਰਸਨੈਲਿਟੀ ਆ, ਇਹ ਸਾਨੂੰ ਇੱਕ ਭੁਲੇਖਾ ਪੈ ਗਿਆ, ਜਿਹੜੇ ਬੰਦਾ ਇਧਰਲੇ ਪਾਸੇ ਖੜਾ ਤਾਂ ਫਿਰ ਬੰਦਾ ਉਹ ਮਾੜਾ, ਜੇ ਸਾਡੇ 'ਚ ਆ ਜਾਵੇ ਤਾਂ ਉਹ ਬੰਦਾ ਚੰਗਾ ਆ। ਉਹਨਾਂ ਨੂੰ ਮੈਂ ਬੇਨਤੀ ਕਰਦਾ, ਸਿਧਾਂਤਕ ਤੌਰ ਤੇ ਪੈਮਾਨਿਆਂ ਤੇ ਚੱਲਣ ਵਾਲੀ ਪਾਰਟੀ ਜਿਹੜੀ ਆ ਉਹ ਐਵੇਂ ਨਹੀਂ ਕਰਦੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਉਮਰ ਅਕਾਲੀ ਦਲ ਚਲਾਈ ਆ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੰਨਾ ਲੰਮਾ ਸਮਾਂ ਹੋ ਗਿਆ। ਇੱਕ ਸਿਸਟਮ ਬਣਾਇਆ ਇਹਨਾਂ ਨੇ, ਪਹਿਲਾਂ ਅਕਾਲੀ ਦਲ ਦਾ ਖਾਤਮਾ ਕੀਤਾ, ਪਰ ਖਾਤਮਾ ਤਾਂ ਨਹੀਂ ਹੋਣਾ, ਸਮਾਂ ਮੈਂ ਪਹਿਲਾਂ ਵੀ ਦੇਖਦਾ ਮੁੜ ਕੇ ਸਰਜੀਤ ਹੁੰਦਾ ਰਿਹਾ। ਹੁਣ ਉਸੇ ਤਰਜ਼ ਦੇ ਉੱਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੁਣੌਤੀ ਦਿੱਤੀ। ਪਰ ਮੈਂ ਮੈਂਬਰ ਸਹਿਮਾਨਾਂ ਦਾ, ਸਮੁੱਚੀ ਪਾਰਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਿਆਂ ਇਹਨਾਂ ਪ੍ਰਭਾਵਾਂ ਤੋਂ ਪਿੱਛੇ ਹਟ ਕੇ ਇੱਕ ਸੁਰਤਾ ਦੇ ਸਬੂਤ ਦੇ ਨਾਲ ਪਾਰਟੀ ਦੇ ਨਾਲ ਖੜੇ ਹੋਏ ਆ। ਇਹ ਸਾਡੇ ਲਈ ਇੱਕ ਵੱਡੀ ਪ੍ਰਾਪਤੀ। ਪ੍ਰਧਾਨ ਸਾਹਿਬ, ਵੱਡੀ ਪ੍ਰਾਪਤੀ ਬੇਸ਼ੱਕ ਤੁਸੀਂ ਕਹਿ ਰਹੇ ਹੋ, ਪਰ ਪਿਛਲੀ ਵਾਰ 22 ਵੋਟਾਂ ਵਿਰੋਧ ਦੇ ਵਿੱਚ ਪਈਆਂ, ਇਸ ਵਾਰ 42 ਹੋ ਗਈਆਂ, 20 ਬੰਦੇ ਹੋਰ ਸਾਹਮਣੇ ਜਾ ਕੇ ਤੁਹਾਡੇ ਖੜੇ ਹੋ ਗਏ। ਅਕਾਲੀ ਦਲ ਪਹਿਲਾਂ ਹੀ ਕੋਈ ਬਹੁਤੇ ਵਧੀਆ ਹਾਲਾਤਾਂ ਚੋਂ ਨਹੀਂ ਲੰਘ ਰਿਹਾ, ਉਸ ਚੁਣੌਤੀ ਨੂੰ ਕਿਵੇਂ ਦੇਖਦੇ ਹੋ? ਜਿਹੜੇ 22 ਦੇ 42 ਹੋ ਗਏ, ਉੱਥੇ ਕਿਵੇਂ ਪਾਰਟੀ ਜਿਹੜੀ ਹੈਗੀ ਹੈ ਜਾਂ ਐਸਜੀਪੀਸੀ ਕਿਵੇਂ ਹੈਂਡਲ ਕਰੇਗੀ? ਜੇ 42 ਹੋ ਗਿਆ ਤਾਂ ਕੱਲ ਨੂੰ ਮੁੜ ਕੇ 20 ਵੀ ਹੋ ਸਕਦੇ ਆ,
ਕਿਉਂਕਿ ਪਰ ਹੁਣ ਇਹਦਾ ਮਤਲਬ ਕੋਈ ਕਮੀ ਰਹਿ ਗਈ ਤੁਹਾਨੂੰ ਲੱਗਦਾ ਹੈ ਕਿ ਕੋਈ ਕੋਈ ਕਮੀ ਰਹਿ ਗਈ ਉਹਨੂੰ ਦੂਰ ਕਰੋਗੇ ਜਾਂ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਖਿਆਲ ਆਇਆ ਜਿਹਦੇ ਕਰਕੇ ਉਹ ਤੁਹਾਡੇ ਤੋਂ ਵੱਖ ਹੋਏ ਉਹ ਖਿਆਲ ਉਹਨਾਂ ਦੇ ਮਨ ਦਾ ਦੂਰ ਹੋਏਗਾ? ਕੋਈ ਕਮੀ ਨਹੀਂ ਹੁੰਦੀ, ਕਿਉਂਕਿ ਕਈ ਵਾਰੀ ਸਾਡੀ ਪਰਸਨਲ ਲੀਗੋ ਹੁੰਦੀ ਆ, ਕਈ ਵਾਰੀ ਪਾਰਟੀਆਂ ਦੇ ਵਿੱਚ ਵਖਰੇਵੇਂ ਵੀ ਆਪੋ ਵਿੱਚ ਹੀ ਮਤਭੇਦ ਹੋ ਜਾਂਦੇ ਆ ਤੇ ਕੋਈ ਨਹੀਂ ਮੁੜ ਕੇ ਆ ਜਾਂਦੇ, ਮੁੜ ਕੇ ਸਾਰੇ ਇਕੱਤਰ ਵੀ ਹੋ ਜਾਂਦੇ ਆ। ਤੇ ਬੀਬੀ ਹੁਣਾਂ ਨੂੰ ਜਿਹੜੀ ਵੀ ਮਤਭੇਦ ਆ, ਬੀਬੀ ਹੁਣਾਂ ਦੇ ਤਾਂ ਕੋਈ ਮਤਭੇਦ ਹੀ ਨਹੀਂ ਸੀ, ਉਹਨਾਂ ਦਾ ਇਹ ਸੀ ਵੀ ਮੈਨੂੰ ਪ੍ਰਧਾਨਗੀ ਦੇ ਦਿਓ ਫਿਰ ਮਤਭੇਦ ਖਤਮ ਆ। ਤੇ ਜੇ ਪਾਰਟੀ ਨੇ ਕਿਹਾ ਵੀ ਨਹੀਂ ਧਾਮੀ ਨੂੰ ਇੱਕ ਮੌਕਾ ਹੋਰ ਦੇਣਾ ਆ ਤੇ ਫਿਰ ਮਤਭੇਦ ਹੋ ਗਿਆ। ਇਵੇਂ ਮਤਭੇਦ ਨਹੀਂ ਚਾਹੀਦੇ ਹੁੰਦੇ, ਪੋਲੀਟੀਕਲ ਅਹੁਦਿਆਂ ਨਾਲ ਮਤਭੇਦ ਜਿਹੜੇ ਵੱਖਰੇ ਹੁੰਦੇ ਆ। ਆਪਾਂ ਕਿਉਂਕਿ ਇੱਕ ਉਸ ਧਰਤੀ ਤੇ ਖੜੇ ਆ ਜਿਸ ਧਰਤੀ ਤੇ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਸਰਬੰਸ ਬਾਰਿਆ, ਤੇ ਆਪਾਂ ਨੂੰ ਫਿਰ ਕੁਝ ਚਾਹੀਦਾ ਵੀ ਆਪਾਂ ਜੇ ਕੋਈ ਸਮੇਂ ਮੁਤਾਬਕ ਉਹ ਹੈ ਜੋ ਚੁਣੌਤੀ ਆ ਜਾਂਦੀ, ਸਗੋਂ ਚੁਣੌਤੀ ਨੂੰ ਸਵੀਕਾਰ ਕਰਕੇ ਪਾਰਟੀ ਦਾ ਸਾਥ ਦਈਏ, ਨਾ ਕਿ ਪਾਰਟੀ ਨੂੰ ਖੇਰੂ ਕਰੀਏ। ਬਾਕੀ ਜੇ 42 ਹੋਏ ਆ ਮਰ ਕੇ ਕੋਲ 20 ਵੀ ਹੋ ਸਕਦੇ ਆ, ਕਿਉਂਕਿ ਸਾਲ ਬਾਅਦ ਚੋਣ ਆ ਤਾਂ ਆ ਜਾਂਦੀ ਆ ਮੁੜ ਕੇ। ਪ੍ਰਧਾਨ ਸਾਹਿਬ ਇੱਕ ਚੀਜ਼ ਪ੍ਰਧਾਨ ਸਾਹਿਬ ਹੋਰ ਬੜੀ ਵੱਡੀ ਹੈ ਕਿ ਧਰਮ ਤੇ ਸਿਆਸਤ, ਹਾਲਾਂਕਿ ਦੋਨਾਂ ਨੂੰ ਜੋੜ ਕੇ ਦੇਖਦੇ ਆ ਮੇਰੀ ਪੀਰੀ ਦੇ ਸਿਧਾਂਤ ਦੇ ਨਾਲ, ਪਰ ਜਿਹੜਾ ਕੁਝ ਆਮ ਸਿਆਸਤ ਦੇ ਵਿੱਚ ਹੁੰਦਾ ਰਿਹਾ ਹੁਣ ਤੱਕ, ਜਦੋਂ ਉਹ ਧਰਮ ਨਾਲ ਜੁੜੀ ਹੋਈ ਸਿਆਸਤ ਦੇ ਵਿੱਚ ਹੋਣ ਲੱਗ ਜੇ, ਜਦੋਂ ਧਰਮ ਦੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੀਆਂ ਇੱਕ ਦੂਜੇ ਦੇ ਖਿਲਾਫ ਮੁਹਿੰਮਾਂ ਚੱਲ ਪੈਣ, ਜਦੋਂ ਇਸ ਤਰ੍ਹਾਂ ਪ੍ਰਚਾਰ ਕਰਨਾ ਪੈ ਜੇ, ਔਰ ਆਮ ਸਿੱਖ ਜਿਹੜੇ SGPC ਜਿਹੜੇ ਏਜੰਡੇ ਨੂੰ ਲੈ ਕੇ 100 ਸਾਲ ਤੋਂ ਵੱਧ ਸਮਾਂ ਪਹਿਲਾਂ ਚੁਣੀ ਗਈ ਸੀ, ਤਾਂ ਆਮ ਸਿੱਖ ਜਿਹੜਾ ਉਹ ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਮਨ ਤੇ ਕਿਤੇ ਨਾ ਕਿਤੇ ਤਾਂ ਬੀਤਦੀ ਹੈ ਕਿ SGPC ਸੀ ਕੀ, ਕਿਹੜੇ ਏਜੰਡੇ ਸੀ, ਅੱਜ ਕਿਹੜੇ ਰਾਹ ਜਾ ਰਹੀ ਹੈ, ਕਿਹੜੇ ਕਾਰਨ SGPC ਦੀ ਚੋਣ ਨੂੰ ਲੈ ਕੇ ਇਦਾਂ ਦੇ ਵਿਵਾਦ ਹੁੰਦੇ ਆ? ਦੇਖੋ ਅਸੀਂ ਤਾਂ ਜਿਹੜਾ ਬੀਬੀ ਹੁਣਾਂ ਦੇ ਖਿਲਾਫ ਆ ਪਿਛਲੇ 2 ਦਿਨਾਂ ਜਦੋਂ ਪਾਰਟੀ ਚੋਂ ਕੱਢਿਆ ਉਦੋਂ ਕਿਸੇ ਨੇ ਕੁਝ ਬੋਲਿਆ ਹੋਊਗਾ, ਅਸੀਂ ਨਾ ਤੋੜੋ ਤੋੜੀ ਉਹਨਾਂ ਸ਼ਕਤੀਆਂ ਨੂੰ ਕੋਸਦੇ ਰਹੇ ਆ, ਉਹਨਾਂ ਸ਼ਕਤੀਆਂ ਨੂੰ ਸੁਚੇਤ ਕਰਦੇ ਰਹੇ ਆ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਬਜ਼ਾ ਕੀਤਾ। ਕਬਜ਼ਾ ਮੈਂ ਇਹਨੂੰ ਕਹੂੰਗਾ, ਕਈ ਵਾਰੀ ਕਹਿ ਦਵਾਂ ਕਿ ਕਬਜ਼ਾ ਨਹੀਂ, ਕਬਜ਼ਾ ਹੀ ਹੁੰਦਾ ਜਿਹੜੇ ਸਰਕਾਰ ਨਾਲ ਰਲ ਜਾਏ। ਹਰਿਆਣਾ ਸਟੇਟ ਵੱਖਰੀ ਹੋ ਗਈ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਵੀ ਇਹਦੇ ਵਿੱਚ ਵੀ ਅਸੀਂ ਉਹਨਾਂ ਸ਼ਕਤੀਆਂ ਨੂੰ ਨੰਗਿਆਂ ਕਰਦੇ ਸੀ ਜਿਹੜੀਆਂ ਸ਼ਕਤੀਆਂ ਇਹਨਾਂ ਗੱਲਾਂ ਨੂੰ ਪ੍ਰਸ਼ਾਦ ਕਰਦੀਆਂ। ਤੇ ਬੀਬੀ ਜੀ ਨੂੰ ਤਾਂ ਅਸੀਂ ਬੇਨਤੀ ਅਖੀਰ ਤੱਕ ਕਰਦੇ ਰਹੇ ਹਾਂ ਵੀ ਕੋਈ ਗੱਲ ਨਹੀਂ, ਪਰਿਵਾਰ ਆ ਬੈਠ ਕੇ ਕਰ ਲਵਾਂਗੇ, ਪਰ ਉਹ ਸ਼ਕਤੀਆਂ ਦੀ ਮੈਂ ਸਮਝਦਾ ਹਾਰ ਹੋਈ ਆ, ਜਿਹੜੀਆਂ ਸ਼ਕਤੀਆਂ ਬਹੁਤ ਤਕੜੀਆਂ ਹੋ ਕੇ, ਕਿਉਂਕਿ ਲਾਲਚਾਂ ਦੇ ਵਿੱਚ ਲੋਕ ਕਈ ਵਾਰੀ, ਭੈ ਦੇ ਵਿੱਚ ਕਈ ਵਾਰੀ ਲੋਕ ਜਿਹੜੇ ਆ ਉਹ ਆਪਣਾ ਪਦਾਰਥਵਾਦੀ ਜੋਗਿਆ ਹੋ ਜਾਂਦੇ ਇੱਧਰ ਉੱਧਰ। ਪ੍ਰਧਾਨ ਸਾਹਿਬ ਆਖਰੀ ਸਵਾਲ ਹੈ ਤੁਹਾਨੂੰ, ਆਖਰੀ ਸਵਾਲ ਹੈ ਕਿ SGPC, ਕਿਉਂਕਿ ਉਦੋਂ ਵੀ ਕਿਤੇ ਨਾ ਕਿਤੇ ਜਦੋਂ ਸਿੱਖਾਂ ਦੀ ਸਿਰਮੌਰ ਸੰਸਥਾ ਹੋਵੇ ਔਰ ਬੇਸ਼ੱਕ ਸਿਆਸਤ ਦੇ ਵਿੱਚ ਐਸੇ ਹਾਲਾਤ ਪੈਦਾ ਹੋਏ, ਲੋਕ ਜਦੋਂ SGPC ਪ੍ਰਧਾਨ ਤੇ ਸਵਾਲ ਚੁੱਕਣ ਲੱਗ ਜਾਣ, ਲੋਕ ਜਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਵਾਲ ਚੁੱਕਣ ਲੱਗ ਜਾਣ, ਲੋਕ ਜਦੋਂ ਪੰਥ ਦੇ ਨੁਮਾਇੰਦਿਆਂ ਤੇ ਸਵਾਲ ਚੁੱਕਣ ਲੱਗ ਜਾਣ, ਤਾਂ ਉਦੋਂ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੋ ਜਾਂਦੇ ਆ। ਦੂਜੇ ਪਾਸੇ ਚਾਹੇ ਧਰਮ ਪਰਿਵਰਤਨ ਚੁਣੌਤੀ ਹੋਵੇ, ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਇਸ ਟਾਈਮ ਸਿੱਖ ਪੰਥ, ਤਾਂ SGPC ਪੰਥ ਦੀ ਸਿਰਮੌਰ ਸੰਸਥਾ SGPC ਇਸ ਜ਼ਿੰਮੇਵਾਰੀ ਨੂੰ ਸਮਝਦਿਆਂ ਲੱਗਦਾ ਹੈ ਕਿ ਕੋਈ ਵੱਡਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਮੁਹਿੰਮ ਜਾਂ SGPC ਨੂੰ ਕੋਈ ਵੱਡਾ ਕਦਮ ਚੁੱਕਣਾ ਪਵੇਗਾ ਤਾਂ ਕਿ ਇਹ ਸਾਰੇ ਸਵਾਲ ਖਤਮ ਹੋਣ ਔਰ ਸਿੱਖ ਪੰਥ ਆ ਜਿਹੜਾ ਇੱਕ ਵਾਰ ਫਿਰ ਤੋਂ, ਹਾਲਾਂਕਿ ਇਹਨੂੰ ਕੋਈ ਖਤਰਾ ਨਹੀਂ ਹੈ, ਇੱਕ ਵਾਰ ਫਿਰ ਤੋਂ ਸੇਫ ਰੱਖਿਆ ਜਾਵੇ? ਦੇਖੋ, ਜਿਹੜੇ ਕਿਸੇ ਦੀ ਵਿਰੋਧਪੁਣਾ ਕਰਨਾ, ਇਹ ਤਾਂ ਮੇਰਾ ਖਿਆਲ ਟੱਬਰਾਂ ਦੀ ਵੀ ਪ੍ਰਵਿਰਤੀ ਬਣ ਗਈ ਆ, ਤੇ ਖਾਸ ਕਰਕੇ ਜਦ ਦਾ ਸੋਸ਼ਲ ਮੀਡੀਆ ਆਇਆ, ਮੂੰਹ ਪਾੜ ਆਪਾਂ ਇੰਨੀ ਗੱਲ ਕਰਦੇ ਜਿੰਨੀ ਔਕਾਤ ਵੀ ਨਹੀਂ ਹੁੰਦੀ। ਤੇ ਦੂਸਰਾ, ਮੈਂ ਤਾਂ ਯਤਨ ਕੀਤਾ ਸੀ ਵੀ ਆਪਾਂ ਏਕਾ ਕਰੀਏ, ਏਕਾ ਕੀਤਾ ਵੀ ਤੇਜਾ ਸਿੰਘ ਸਮੁੰਦਰੀ ਹਾਲ ਸਾਰੀਆਂ ਪਾਰਟੀਆਂ ਵੀ ਇਕੱਠੀਆਂ ਕੀਤੀਆਂ, ਸਾਰੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ, ਚਾਹੇ ਹਜੂਰ ਸਾਹਿਬ ਬੋਰਡ ਸੀ, ਚਾਹੇ ਪਟਨਾ ਸਾਹਿਬ ਸੀ, ਚਾਹੇ ਆਪਣੇ ਦਿੱਲੀ ਕਮੇਟੀ ਸੀ, ਸਾਰੇ ਇੱਕ ਥਾਂ ਇਕੱਤਰ ਕੀਤੇ। ਪਰ ਉਹ ਇਕੱਤਰ ਹੋਣ ਤੋਂ ਬਾਅਦ ਇੱਕੋ ਮੀਟਿੰਗ ਹੋਈ, ਉਹ ਤੋਂ ਬਾਅਦ ਖੇਰੂ ਹੋ ਕਿਨ ਖੇਰੂ ਕੀਤਾ। ਤੁਸੀਂ ਪ੍ਰੈਸ ਮੀਡੀਆ ਜ਼ਿਆਦਾ ਜਾਣਦੇ ਆ, ਸੋ ਮੇਰਾ ਤਾਂ ਅੱਜ ਵੀ ਯਤਨ ਆ ਵੀ ਆਪਾਂ ਇਕੱਠੇ ਹੋਵਾਂਗੇ ਤੇ ਸਿੱਖ ਪੰਥ ਦੀਆਂ ਜਿਹੜੀਆਂ ਚੁਣੌਤੀਆਂ ਉਹਨਾਂ ਨੂੰ ਛੇਤੀ ਆਪਾਂ ਉਹਨਾਂ ਦੇ ਉੱਤੇ ਪਾ ਲਾਂਗੇ, ਆਪਣਾ ਜ਼ੋਰ ਪਾ ਲਾਂਗੇ। ਤੇ ਜੇ ਆਪਾਂ ਇਦਾਂ ਇਕੱਲੇ ਹੋ ਕੇ ਲੜਾਂਗੇ ਫਿਰ ਕਈ ਵਾਰੀ એનર્ਜੀ ਵੇਸਟ ਹੁੰਦੀ। ਪਰ ਮੈਂ ਤੁਹਾਡੇ ਇੱਕ ਧਿਆਨ 'ਚ ਲਿਆ ਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਹਿੱਤਾਂ ਲਈ ਹਮੇਸ਼ਾ ਹੀ ਸ੍ਰੇਸ਼ਟ ਰਹੀ ਆ ਔਰ ਅੱਜ ਵੀ ਇਸੇ ਤਰ੍ਹਾਂ ਉਹ ਆਪਣੇ ਜਿਹੜੇ ਇਹਨਾਂ ਦੇ ਫਰਜ਼ ਆ ਉਹਨਾਂ ਤੋਂ ਪਿੱਛੇ ਨਹੀਂ ਹਟੂਗੀ। ਜਿੱਥੇ ਵੀ ਸਾਨੂੰ ਕਾਰਜ ਕਰਨਾ ਪੈਂਦਾ, ਚਾਹੇ ਧਰਮ ਪਰਿਵਰਤਨ ਦਾ ਤੁਸੀਂ ਦੇਖ ਰਹੇ ਬੜਾ ਪ੍ਰਕੋਪ ਸੀ, ਪਰ ਹੁਣ ਸਾਡੇ ਬੱਚੇ ਜਾ ਕੇ ਦੇਖੋ, ਪ੍ਰਚਾਰਕ ਸਾਡੇ ਦੇਖੋ ਇੱਕ ਟੱਕੋਂ ਲੱਗੇ ਹੋ ਆ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਅਸੀਂ ਤੋੜੋ ਤੋੜੀ ਜਿਹੜੀਆਂ ਉਹ ਕਰ ਰਹੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਚੰਗਾ ਸਮਾਂ ਆਊਗਾ। ਤਾਂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣੀ ਕਹਿੰਦੇ ਨੇ ਕਿ ਚੰਗਾ ਸਮਾਂ ਆਏਗਾ। SGPC ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਕਹਿੰਦੇ ਨੇ ਕਿ ਐਸੇ ਕਦਮ ਚੁੱਕੇ ਜਾਣਗੇ ਤਾਂ ਕਿ ਪੰਥ ਨੂੰ ਇਕਜੁੱਟ ਵੀ ਕੀਤਾ ਜਾ ਸਕੇ ਔਰ ਜਿਸ ਤਰ੍ਹਾਂ ਦੇ ਕਿਤੇ ਨਾ ਕਿਤੇ ਕਈ ਵਾਰ ਹਾਲਾਤ ਬਣ ਜਾਂਦੇ ਨੇ ਉਹ ਹਾਲਾਤ ਅੱਗੇ ਜਾ ਕੇ ਨਾ ਬਣਨ।
ਔਰ ਕਹਿੰਦੇ ਨੇ ਕਿ ਪੰਥ ਵਿਰੋਧੀ ਤਾਕਤਾਂ ਕੰਮ ਕਰਦੀਆਂ ਨੇ ਪਰ ਉਹਨਾਂ ਦੇ ਸਾਹਮਣੇ ਡਟ ਕੇ ਖੜੇ ਆ। ਦੇਖਦੇ ਆ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੇ ਐਸਜੀਪੀਸੀ ਪ੍ਰਧਾਨ ਹੋਰਾਂ ਦੇ ਸਾਹਮਣੇ ਕਿ ਇਹਨਾਂ ਸਾਰੀਆਂ ਚੁਣੌਤੀਆਂ ਦੇ ਨਾਲ ਨਜਿੱਠਦਿਆਂ ਕਿਵੇਂ ਐਸਜੀਪੀਸੀ ਜਾਂ ਫਿਰ ਸਿੱਖ ਸੰਸਥਾਵਾਂ ਨਾਲ ਜੁੜੇ ਹੋਏ ਲੋਕਾਂ ਤੇ ਚੁੱਕੇ ਜਾਂਦੇ ਸਵਾਲਾਂ ਨੂੰ ਖਤਮ ਕਰਨਗੇ ਐਸਜੀਪੀਸੀ ਦੇ ਇੱਕ ਵਾਰ ਫਿਰ ਤੋਂ ਚੁਣੇ ਗਏ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ।